थैंक यू बाबा जी। ਤੁਸੀਂ ਮੇਰੇ ਮਾਮ ਜੀ ਦੀ ਬਹੁਤ ਸੰਭਾਲ ਕੀਤੀ ਜੀ। ਬਿਆਸ ਗਏ ਸੀ ਜੀ ਸੇਵਾ ਤੇ, ਉੱਥੇ ਉਹਨਾਂ ਦੀ ਡੈਥ ਹੋ ਗਈ ਜੀ। ਡੈਥ ਹੋਣ ਤੋਂ ਇੱਕ ਦਿਨ ਪਹਿਲਾਂ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਵੀਡੀਓ ਕਾਲ ਤੇ ਜਦੋਂ ਉਹਨਾਂ ਦੀ ਗੱਲ ਹੋਈ ਤੇ ਉਹ ਇੰਨੇ ਖੁਸ਼ ਸੀ ਬਾਬਾ ਜੀ, ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ। ਉਹ 2 ਦਿਨ ਬੇਹੋਸ਼ ਸੀਗੇ। ਜਦੋਂ ਉੱਠੇ ਬਾਬਾ ਜੀ ਉਹ ਬਹੁਤ ਹੀ ਜ਼ਿਆਦਾ ਖੁਸ਼ ਸੀਗੇ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਮਾਮ ਜੀ ਤੁਸੀਂ ਠੀਕ ਆ? ਕਹਿੰਦੇ ਹਾਂਜੀ ਮੈਂ ਠੀਕ ਆ। ਮੈਂ ਕਿਹਾ ਕੋਈ ਤਕਲੀਫ ਤਾਂ ਨਹੀਂ ਹੈਗੀ? ਕਹਿੰਦੇ ਬਾਬਾ ਜੀ ਮੈਨੂੰ ਤਕਲੀਫ ਨਹੀਂ ਹੋਣ ਦਿੰਦੇ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੁਣ ਤੁਸੀਂ ਘਰ ਚਲੇ ਜਾਣਾ ਆ। ਬਾਬਾ ਜੀ ਏਦਾਂ ਹੱਥ ਚੱਕ ਲਏ ਉੱਪਰ ਤੇ ਮੈਨੂੰ ਕਹਿਣ ਲੱਗੇ, ਮੇਰੇ ਬਾਬਾ ਜੀ ਨੇ ਅੰਦਰੋਂ ਮੇਰੇ ਸਾਰਾ ਕੁਝ ਮੈਨੂੰ ਦਿਖਾਤਾ। ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਔਰ ਮੈਨੂੰ ਸੱਚਖੰਡ ਮੈਨੂੰ ਲੈ ਕੇ ਜਾਣਾ ਹੈ ਤੇ ਮੈਂ ਦੇਖ ਲਿਆ ਸਾਰਾ ਕੁਝ ਤੇ ਮੈਂ ਸੱਚਖੰਡ ਚੱਲੀ ਆ। ਉਹਨਾਂ ਨੇ ਬਾਬਾ ਜੀ ਏਦਾਂ ਮੈਨੂੰ ਕਿਹਾ ਤੇ ਖੁਸ਼ ਸੀਗੇ ਤੇ ਇੱਕ ਪਾਸੇ ਵਿਛੋੜਾ ਬਾਬਾ ਜੀ, ਇੱਕ ਪਾਸੇ ਖੁਸ਼ੀ। बेटा ये अपना स्वार्थ नहीं गा हाँ जी कि ਆਪਾਂ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਆ ਬੇਟਾ। ਹੁਣ ਜਿਵੇਂ ਜਿਵੇਂ ਬੁਢਾਪਾ ਆਊਗਾ, ਮੁਹਤਾਜ ਹੋ ਜਾਂਦੇ ਆ, ਬਿਮਾਰੀਆਂ ਆ ਜਾਂਦੀਆਂ ਕਿ ਉਹਦੇ ਵਿੱਚ ਆਪਾਂ ਜ਼ਿਆਦਾ ਖੁਸ਼ ਹੋਵਾਂਗੇ ਬੇਟਾ। ਸੋ ਬੇਟਾ ਸਭ ਕੁਝ ਹੁਕਮੀ ਆਮਦਾ, ਸਭ ਕੁਝ ਹੁਕਮੀ ਜਾਏ। ਜੇ ਕੋਈ ਮੂਰਖ ਆਪੇ ਜਾਣੇ ਅੰਧਾ ਅੰਧ ਕਮਾਏ। ਆਣਾ ਵੀ ਉਹਦੇ ਹੁਕਮ ਦੇ ਨਾਲ ਹੈ ਤੇ ਜਾਣਾ ਵੀ ਉਹਦੇ ਹੁਕਮ ਦੇ ਨਾਲ ਹੈ। ਆਪਾਂ ਤਾਂ ਉਹਦੀ ਰਜ਼ਾ ਵਿੱਚ ਰਹਿਣਾ। ਆਪਾਂ ਨਹੀਂ ਇਹ ਦੇਖਣਾ ਅਸੀਂ ਆਪਣੀ ਕਮੀ ਦੇਖ ਕੇ ਇਸੇ ਕਰਕੇ ਸਾਨੂੰ ਦੁੱਖ ਹੁੰਦਾ ਕਿਉਂਕਿ ਸਾਨੂੰ ਕਮੀ ਹੁੰਦੀ ਹੈ। ਪਰ ਇਹ ਤਾਂ ਫਿਰ ਸਾਡਾ ਸਵਾਰਥ ਹੋ ਗਿਆ ਨਾ। ਜੇ ਆਪਾਂ ਦੇਖੀਏ ਕਿ ਉਹ ਆਪਣੇ ਮਾਲਿਕ ਕੋਲੇ ਚਲੇ ਗਏ, ਸਾਡੀ ਖੁਸ਼ੀ ਤਾਂ ਉਹਨਾਂ ਦੀ ਖੁਸ਼ੀ ਵਿੱਚ ਹੋਣੀ ਚਾਹੀਦੀ ਹੈ। ਬਹੁਤ ਖੁਸ਼ ਹਾਂ। ਥੈਂਕ ਯੂ ਸੋ ਮਚ ਬਾਬਾ ਜੀ, ਤੁਸੀਂ ਉਹਨਾਂ ਦੀ ਸੰਭਾਲ ਕੀਤੀ। ਰਾਸ਼ੇ ਬਾਬਾ ਜੀ, ਪਾਪੇ ਤੁਸੀਂ ਕਹਿੰਦੇ ਹੋ ਵੀ ਮੰਗ ਕੇ ਦਾਇਰਾ ਛੋਟਾ ਕਰਨਾ ਹੁੰਦਾ ਆਪਣਾ, ਸੋ ਮੰਗਣ ਦਾ ਤਾਂ ਕੋਈ ਹੈ ਹੀ ਨਹੀਂ, ਤੁਸੀਂ ਆਪੇ ਜਾਣੀ ਜਾਣੋ। ਕੁਝ ਗੱਲਾਂ ਦਿਮਾਗ 'ਚ ਹੈਗੀਆਂ ਵੀ ਜਿਵੇਂ ਕਹਿੰਦੇ ਵੀ ਹਰ ਹੱਕ ਨਾਲ ਜ਼ਿੰਮੇਵਾਰੀ ਆਉਂਦੀ ਹੈ, ਪਰ ਜੇ ਅੱਗੇ ਵਾਲਾ ਬੰਦਾ ਹੱਕ ਕੇ ਜਤਾਵੇ, ਜ਼ਿੰਮੇਵਾਰੀ ਕਦੇ ਨਾ ਨਿਭਾਵੇ ਤਾਂ ਉਹਦਾ ਕੀ ਕੀਤਾ ਜਾਏ? ਆਪਾਂ ਦੂਜਿਆਂ ਨੂੰ ਨਹੀਂ ਦੇਖਣਾ ਬੇਟਾ। ਮੈਂ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਬੇਟਾ। ਮੈਂ ਦੂਜੇ ਦਾ ਨਹੀਂ ਦੇਣਾ। ਮੈਂ ਆਪਣੀ ਜ਼ਿੰਮੇਵਾਰੀ ਨਿਭਾਣੀ। ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂਗਾ ਬੇਟਾ। ਮੇਰੇ ਕਰਮ ਹਲਕੇ ਹੋਣਗੇ, ਮੇਰੀ ਜਿਹੜੀ ਤੋਰ ਹੈ ਆਪਣੇ ਆਪ ਤੇਜ਼ ਹੋ ਜਾਊਗੀ। ਜਿਹੜਾ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਉਹਦਾ ਬੋਝ ਵੱਧਦਾ ਜਾਊਗਾ, ਉਹਦੀ ਤੋਰ ਹੌਲੀ ਹੋ ਜਾਊਗੀ ਬੇਟਾ। ਪਾਪੇ ਲੱਗਦਾ ਵੀ ਇੰਨਾ ਕਿਉਂ ਜ਼ਿੰਮੇਵਾਰੀ ਹੱਕ ਜਤਾਈ ਜਾਣਾ, ਜ਼ਿੰਮੇਵਾਰੀ ਕਦੇ ਨਾ ਆਪਣੀ ਬੇਟਾ। ਹੁਣ ਕਈਆਂ ਨੂੰ ਜਾਗਰੂਕਤਾ ਹੈ, ਕਈਆਂ ਨੂੰ ਨਹੀਂ ਜਾਗਰੂਕਤਾ, ਕਿਸੇ ਨੂੰ ਅਹਿਸਾਸ ਹੈ ਜ਼ਿੰਮੇਵਾਰੀ ਦਾ, ਕਿਸੇ ਨੂੰ ਨਹੀਂ ਹੈ। ਮਗਰ ਮੈਂ ਦੂਜਿਆਂ ਨੂੰ ਕਿਉਂ ਦੇਖਾਂ? ਅੰਤ ਵਿੱਚ ਤਾਂ ਹਿਸਾਬ ਕਿਤਾਬ ਮੈਨੂੰ ਦੇਣਾ ਪਊਗਾ ਨਾ। ਬੋਝ ਤਾਂ ਮੇਰੇ ਉੱਤੇ ਹੈ ਕਿ ਮੈਂ ਆਪਣਾ ਬੋਝ ਹਲਕਾ ਕਰਨਾ ਕਿ ਨਹੀਂ ਕਰਨਾ। ਹੁਣ ਮੈਂ ਐਵੇਂ ਦੇਖੀ ਜਾਵਾਂ ਕਿ ਜੀ ਉਹਨੇ ਨਹੀਂ ਜ਼ਿੰਮੇਵਾਰੀ ਘੱਟ ਕੀਤੀ ਤਾਂ ਮੈਂ ਵੀ ਫਿਰ ਗਧੇ ਵਰਗੋਂ ਭਾਰ ਢੋਈ ਜਾਵਾਂ। ਜੇ ਮੇਰਾ ਭਾਰ ਹਲਕਾ ਹੋ ਸਕਦਾ ਹੈਗਾ ਤਾਂ ਮੈਂ ਕਿਉਂ ਭਾਰ ਚੁੱਕਾਂ ਬੇਟਾ? ਅੰਤ ਵਿੱਚ ਤਾਂ ਬੇਟਾ ਦੇਖੋ, ਮਾਲਿਕ ਨੇ ਕਿਸਮਤ ਬਣਾਈ ਹੈ। ਜੋ ਕਿਸਮਤ 'ਚ ਲਿਖਿਆ ਮਿਲੂਗਾ, ਜੋ ਕਿਸਮਤ 'ਚ ਨਹੀਂ ਲਿਖਿਆ ਦੁਨੀਆ ਦੀ ਕੋਈ ਤਾਕਤ ਨਹੀਂ ਦੇ ਸਕਦੀ। ਫਿਰ ਕਿਉਂ ਆਪਾਂ ਅਸੂਲਾਂ ਦੀ ਕੁਰਬਾਨੀ ਦਿੰਦੇ ਹਾਂ? ਕੀ ਫਾਇਦਾ ਹੁੰਦਾ ਬੇਟਾ? ਬਾਕੀ ਤੁਹਾਨੂੰ ਪਤਾ ਹੀ ਬਹੁਤ, ਹੁਣ ਜ਼ਿੰਦਗੀ ਤਕਰੀਬਨ ਕਾਫੀ ਸਾਲ ਲੰਘੇ ਔਖੇ। ਬੇਟਾ ਮੈਂ ਨਹੀਂ ਕਹਿੰਦਾ ਮੈਂ ਦੁਖੀ ਨਹੀਂ ਜੀ, ਬਹੁਤ ਖੁਸ਼ ਹਾਂ। ਇਹ ਵੀ ਨਹੀਂ ਬੇਟਾ, ਇਹ ਵੀ ਹਿੱਸਾ ਹੈਗਾ। ਜਿਹਨੇ ਕਦੇ ਦੁੱਖ ਨਹੀਂ ਨਾ ਦੇਖਿਆ ਉਹਨੂੰ ਸੁੱਖ ਦੀ ਵੀ ਕਦਰ ਨਹੀਂ ਪੈਣੀ। ਦੁੱਖਾਂ ਤੋਂ ਭੱਜਣ ਦਾ ਕੋਈ ਉਮੀਦ ਨਹੀਂ ਭੱਜਦਾ ਜੀ। ਨਹੀਂ, ਉਹਦੇ ਘਰ 'ਚ ਦੇਰ ਹੋ ਸਕਦੀ ਜਾਂ ਦੇਰ ਨਹੀਂ ਹੋ ਸਕਦਾ ਬੇਟਾ। ਆਪਾਂ ਕਈਆਂ ਤੋਂ ਚੰਗੇ। ਸੋ ਆਪਾਂ ਉਸ ਚੀਜ਼ ਨੂੰ ਦੇਖਣਾ ਕਿ ਮਾਲਕ ਦੀ ਦੇਖੋ ਕਿੰਨੀ ਬਖਸ਼ਿਸ਼ ਹੋਈ ਮੇਰੇ ਤੇ। ਕਦਰ ਕਰਾਂਗੇ, ਖੁੱਲੇ ਹੱਥ ਨਾਲ ਦਿਓ। ਤੇ ਜੇ ਦੂਜਿਆਂ ਨੂੰ ਦੇਖਦੇ ਰਵਾਂਗੇ ਕਿ ਉਹਦੇ ਕੋਲੇ ਆ, ਉਹਦੇ ਕੋਲੇ ਆ ਹੈਗਾ, ਤੁਹਾਡਾ ਤਾਂ ਸਬਰ ਬਹੁਤ ਦਿੱਤਾ ਬਾਬਾ, ਬਹੁਤ ਸਬਰ ਹੈ। ਆਪਾਂ ਤਾਂ ਸ਼ੁਕਰ ਕਰ, ਸ਼ੁਕਰ ਸ਼ੁਕਰ ਬਸ ਬਾਬਾ ਜੀ। ਅੱਗੇ ਤੋਂ ਬਸ ਜੋ ਵੀ ਲੰਘ ਗਿਆ ਹੁਣ ਸ਼ੁਕਰ ਕਰਿਓ ਤੇ ਤਾਂ ਭਜਨ ਕਰਾਇਓ ਆਪਣੀ। ਬਸ ਹੁਣ ਉਹ ਆਖਰੀ करना चाहना बाबा जी पहले आपका शुक्रिया कि आपने हम लोगों को ये मौका दिया कि आज हम आपके चरणों में बैठे हैं। हमें बताया गया था कि आपका क्वेश्चन जो है रूहानियत से संबंधित होना चाहिए, पर रोजमर्रा के जीवन में और जब आपके बच्चों की सीरियस इलनेस होती है जो कभी खत्म होने का नाम ही नहीं ले रही,
एक के बाद एक के बाद एक, उसमें कैसे हम भजन सिमरन पे फोकस कर सकते हैं? बहन जी, जिंदगी में जिस चीज के ऊपर आप अपना ध्यान रखेंगी ना, वही चीज आगे आएगी। अगर हम प्रॉब्लम के ऊपर ध्यान रखेंगे तो प्रॉब्लम बढ़ती जाएगी। अगर हम सोल्यूशन के ऊपर ध्यान रखेंगे, हमें कहीं ना कहीं जरूर सोल्यूशन मिलेगा। अब देखो, हमारी अवस्था जो भी है, हमारी अवस्था ऐसी कैसे बनी? अपने कर्मों के ऊपर बनी हुई। जो किस्मत है वो कर्मों के ऊपर निर्भर है बेटा। किसी और ने तो नहीं बनाई, किसी और के कर्म तो नहीं आके जुड़े। जैसी करनी वैसी भरनी। कर्म जो जो करेगा तू, वही फिर भोगना भरना। सो चलो, हमारी किस्मत बन गई। हमें चलो नादानी थी, जो मर्जी कह लें, उस वक्त हमसे कर्म हो गए। कर्मों ने किस्मत बना दी, किस्मत ने एक अवस्था में लाके हमें खड़ा कर दिया। अब हमारे ऊपर मुनस्सर है। अगर हम पॉजिटिव होंगे, अगर मालिक के हुक्म में रहेंगे, हम हर एक चीज से निकल जाएंगे। अगर सिर पकड़ के बैठ जाएंगे, बहन जी, भोगना तो फिर भी पड़ेगा। सो बेहतर क्या है कि हम अगला कदम उठाएं। अब सोल्यूशन किस में है? देखो, बीमार आदमी डॉक्टर के पास जाता है, कोई ये तो नहीं कहता कि जी जब मैं ठीक हो जाऊंगा तब मैं डॉक्टर के पास जाऊंगा। सो हमारी दवा क्या है? मैं दूसरे को वही दे सकता हूं जो मेरे पास है। अगर मेरे मन में शांति है, मेरे अंदर खुशी है, मैं बांट सकता हूं। अगर मेरे अंदर हर वक्त मेरा मन बेचैन है, गिले शिकवे हैं, मैं वही बांटूंगा ना। सो अगर हम किसी की बेहतरी चाहते हैं तो पहले हमें अपने आप को सही रास्ते पे लाना है, अपनी सोच को सही रखना है। अगर हमारी सोच सही होगी, हम पॉजिटिव होंगे, अपने आप जो भी आप करेंगे वो उसमें झलकेगा। आप हिम्मत भी दे सकेंगे। बाबा जी, उसकी स्टडी, उसका बचपन, उसकी सारी लाइफ डिस्ट्रॉय हो गई। बेटा, ये तो हमने अपने दायरे बनाए हुए हैं ना, हमने अपने असूल बनाए हुए हैं, उनमें हम अच्छा बुरा बना लेते हैं। मेरे को ये बताओ कि अगर कोई बहुत पढ़ लिख जाएगा तो क्या मन में चैन आ जाएगा उसके? तो फिर तो ये जितने भी प्रोफेसर हैं, जितने भी हैं, उनको तो कभी कमी नहीं होनी चाहिए थी। बेटा, जागरूकता अंदर से आएगी, ये पढ़ाई से या पैसे से या ओहदे से नहीं आएगी बेटा। हम बानी में पढ़ते हैं, ज्ञान ध्यान धुन जानिए अकथ कहावे सोए। जो ज्ञान है ना, किस चीज के ऊपर ध्यान रखना है? धुन जानिए, उस शब्द के ऊपर। जो अकथ है, जो कभी बंद नहीं होता, वहां से जागरूकता आएगी, ना कि बाहर से। उनको बाबा जी अपने साथ जोड़ कर रखना।